Friends, today we are going to start our next chapter, database language and its architecture. ਤੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਵੈਸੇ ਕਾਫੀ ਹੱਦ ਤੱਕ ਕਿ DBMS ਕੀ ਹੈ। ਹੁਣ ਅੱਗੇ ਉਹਦੇ ਵਿੱਚ ਕੀ ਫੰਕਸ਼ਨੈਲਿਟੀਜ਼ ਕੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈਗਾ DBMS, ਜਿਹੜਾ ਕਿ ਆਪਾਂ ਪ੍ਰੈਫਰ ਕਰਦੇ ਹਾਂ ਕਿ ਆਪਣਾ ਡਾਟਾ ਜਿਹੜਾ ਹੈਗਾ ਉਹ DBMS 'ਚ ਸਟੋਰ ਕਰੀਏ। ਸਭ ਤੋਂ ਪਹਿਲਾਂ ਇਟ ਪ੍ਰੋਵਾਈਡਸ ਐਪਰੋਪਰੀਏਟ ਲੈਂਗੁਏਜ ਐਂਡ ਇੰਟਰਫੇਸਿਸ ਫॉर ਈਚ ਕੈਟੇਗਰੀ ਆਫ ਯੂਜ਼ਰ, ਵੀ ਜਿਹੜਾ ਵੀ ਹੁਣ ਉਸਨੂੰ ਯੂਜ਼ ਕਰੇਗਾ DBMS ਨੂੰ, ਠੀਕ ਹੈ, ਅਤੇ ਉਹਦੇ ਵਾਸਤੇ ਹਰ ਪਰਟੀਕੂਲਰ ਲੈਂਗੁਏਜ ਇੰਟਰਫੇਸਿਸ ਪ੍ਰੋਵਾਈਡ ਕੀਤੇ ਗਏ ਨੇ। ਕਿਹੜੇ ਯੂਜ਼ਰਸ ਹੁੰਦੇ ਨੇ ਉਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਪਿਛਲੇ ਚੈਪਟਰ 'ਚ। ਤੋ ਜਿਹੜਾ ਫਸਟ ਸਟੈਪ ਹੈਗਾ ਉਹ ਐਸ ਟੂ ਸਪੈਸੀਫਾਈ ਦ ਕੰਸੈਪਚੁਅਲ ਐਂਡ ਇੰਟਰਨਲ ਸਕੀਮਾ। ਮੈਂ ਦੁਬਾਰਾ ਫਿਰ ਰਿਪੀਟ ਕਰ ਦੇਣੀ ਹੈਗੀਆਂ ਵੀ ਇੰਟਰਨਲ ਸਕੀਮਾ ਹੁੰਦਾ ਹੈਗਾ ਜਿਹਦੇ ਵਿੱਚ ਜਿਹੜਾ ਡਾਟਾ ਹੈਗਾ ਤੁਹਾਡਾ ਹਾਰਡ ਡਿਸਕ ਵਿੱਚ, ਯਾਨੀ ਇੰਟਰਨਲ ਫਿਜ਼ੀਕਲੀ ਜਿੱਥੇ ਸਟੋਰ ਹੁੰਦਾ ਡਾਟਾ। ਕੰਸੈਪਚੁਅਲ ਜਿਹੜਾ ਹੁੰਦਾ ਹੈਗਾ ਉਹ ਹੁੰਦਾ ਵੀ ਕੋਈ ਜਿਵੇਂ ਆਪਾਂ ਰਿਕਾਰਡ ਹੀ ਮੇਨਟੇਨ ਕਰ ਰਹੇ ਹੈਗੇ ਆ ਸਟੂਡੈਂਟਸ ਦਾ, ਅਤੇ ਉਹਦੇ ਵਿੱਚ ਰੋਲ ਨੰਬਰ ਹੈ ਉਹ ਇੰਟੀਜਰ ਹੈ ਤਾਂ ਉਹ ਕਿੰਨੇ ਬਾਈਟਸ ਕੰਜ਼ਿਊਮ ਕਰੇਗਾ, ਨੇਮ ਹੈ ਤਾਂ ਉਹ ਕਿੰਨੇ ਕਰੈਕਟਰਸ, ਤੁਹਾਡੀ ਪਰਸੈਂਟੇਜ ਆ ਫਲੋਟ 'ਚ ਹੈ ਤਾਂ ਉਹ ਕਿੰਨੀ ਬਾਈਟਸ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕੰਸੈਪਚੁਅਲ 'ਚ ਹੁੰਦੀ ਹੈਗੀ ਆ। ਅਤੇ ਜਿਹੜੇ ਰਿਲੇਸ਼ਨਸ ਵਗੈਰਾ ਡਿਸਾਈਡ ਹੁੰਦੇ ਨੇ ਵੀ ਹਾਂ ਜਿਹੜਾ ਰੋਲ ਨੰਬਰ ਨੇ ਐਡਮਿਸ਼ਨ ਲਿੱਤੀ ਆ ਉਹੀ ਕਲਾਸ 'ਚ ਹੀ ਸਟੱਡੀ ਕਰੇਗਾ ਨਾ, ਅਤੇ ਇਸ ਤਰ੍ਹਾਂ ਦੀਆਂ ਟੇਬਲਸ ਅਲੱਗ ਬਣਦੇ ਨੇ। ਇਹ ਸਾਰੀ ਕਿੰਨੇ ਟੇਬਲਸ ਨੇ, ਕਿੰਨੇ ਉਹਦੇ ਵਿੱਚ ਕੋਲਮਸ ਨੇ, ਐਟਰੀਬਿਊਟਸ ਨੇ, ਇਹ ਸਾਰਾ ਕੰਸੈਪਚੁਅਲ ਵਿਊ 'ਚ ਦੱਸਿਆ ਜਾਂਦਾ ਹੈਗਾ। ਉਹ ਕੰਸੈਪਚੁਅਲ ਵਿਊ ਤੋਂ ਫਿਰ ਜਿਹੜਾ ਐਕਸਟਰਨਲ ਵਿਊ ਜਿਹੜਾ ਹੈਗਾ ਉਹ ਯੂਜ਼ਰਸ ਲਈ ਹੁੰਦਾ। ਅਗਰ ਉਹ ਫੀਸ ਦਾ ਟੇਬਲ ਦੇਖਣਾ ਚਾਹੁੰਦਾ ਫੀਸ ਦਾ ਦੇਖ ਸਕਦਾ ਹੈਗਾ। ਅਗਰ ਉਹ ਟੀਚਰਸ ਦੇ ਰਿਗਾਰਡਿੰਗ ਜਿਹੜੇ ਤੁਹਾਡੇ ਮਾਰਕਸ ਲੱਗੇ ਹੋਏ ਨੇ ਅਕੈਡਮਿਕ ਰਿਕਾਰਡ ਵਾਲਾ ਟੇਬਲ ਦੇਖਣਾ ਚਾਹੁੰਦਾ ਤਾਂ ਉਹ ਦੇਖ ਸਕਦਾ। ਅਤੇ ਅਗਰ ਹੁਣ ਆਪਾਂ ਕਹੀਏ ਵੀ ਫਿਰ ਨੈਚੁਰਲੀ ਇਹਦੇ 'ਚ ਇਹ ਮੈਪਿੰਗ ਹੁੰਦੀ ਹੈਗੀ ਹੈ ਇੰਟਰਨਲ ਤੋਂ ਤੁਹਾਡਾ ਡਾਟਾ ਮੈਪ ਹੁੰਦਾ ਕੰਸੈਪਚੁਅਲ 'ਚ, ਕੰਸੈਪਚੁਅਲ ਵਾਲਾ ਡਾਟਾ ਜਿਹੜਾ ਮੈਪ ਹੁੰਦਾ ਉਹ ਐਕਸਟਰਨਲ ਵਿਊ 'ਚ। ਤਾਂ ਇਨ ਮੈਨੀ DBMS ਦੇਅਰ ਆਰ ਨੋ ਸਟ੍ਰਿਕਟ separation of level is maintained one language called DDL, ਯਾਨੀ ਡਾਟਾ ਡੈਫੀਨੇਸ਼ਨ ਲੈਂਗੁਏਜ ਜਿਹੜੀ ਹੈਗੀ ਉਹ DBA ਡਿਫਾਈਨ ਕਰਦਾ ਹੈਗਾ ਵੀ ਜਿਹੜਾ ਤੁਹਾਡਾ ਡਾਟਾ ਹੈਗਾ ਉਹਦੀ ਡੈਫੀਨੇਸ਼ਨ ਜਿਹੜਾ ਟੇਬਲ ਹੈ ਸਪੋਜ਼ ਉਹ ਜਿਹੜਾ ਟੇਬਲ ਹੈਗਾ ਉਹ ਟੇਬਲ ਦੇ ਕਿੰਨੇ ਕਾਲਮਸ ਕੀ ਐਟਰੀਬਿਊਟਸ ਹੋਣਗੇ, ਕੀ ਐਟਰੀਬਿਊਟਸ ਹੋਣਗੇ ਉਹਦੇ, ਅਤੇ ਫਿਰ ਉਸ ਤੋਂ ਬਾਅਦ ਉਹਦੀ ਕਿੰਨੀ ਬਾਈਟਸ ਜੋ ਵੀ ਮਤਲਬ ਸਾਰਾ ਕੁਛ ਹੈਗਾ ਰੋਲ ਨੰਬਰ ਵਗੈਰਾ ਉਹ ਸਾਰਾ DDL 'ਚ ਹੋਏਗਾ। ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਵਾਂਸ ਦਾ ਡਾਟਾ ਬੇਸ ਸਕੀਮਾ ਜਿਹੜਾ ਹੈਗਾ ਉਹ ਕੰਪਾਈਲ ਹੋ ਗਿਆ, ਉਸ ਤੋਂ ਬਾਅਦ ਉਹਨੂੰ ਡਾਟਾ ਨੂੰ ਆਪਾਂ ਮੈਨੀਪੂਲੇਟ ਕਰਨਾ ਹੈਗਾ, ਯਾਨੀ ਉਸ ਤੋਂ ਬਾਅਦ ਆਏਗਾ ਡਾਟਾ ਨੂੰ ਇਨਸਰਟ ਕਰਨਾ। ਡਾਟਾ ਇਨਸਰਟ ਕਰ ਸਕਦੇ ਹਾਂ, ਡਾਟਾ ਚੇਂਜ ਕਰ ਸਕਦੇ ਹਾਂ, ਡਾਟਾ ਡਿਲੀਟ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ DCL ਯਾਨੀ ਡਾਟਾ ਕੰਟਰੋਲ ਲੈਂਗੁਏਜ, ਅਤੇ ਉਹਦੇ ਵਿੱਚ ਆਪਾਂ ਗਰਾਂਟ ਦਿੰਦੇ ਹਾਂ ਵੀ ਕਿਹੜਾ ਯੂਜ਼ਰ ਕਿਹੜੀ ਇਨਫੋਰਮੇਸ਼ਨ ਨੂੰ ਵਿਊ ਕਰ ਸਕਦਾ ਹੈਗਾ। ਤਾਂ ਸਭ ਤੋਂ ਪਹਿਲਾਂ ਕੀ ਹੈਗਾ DDL ਦੇ ਵਿੱਚ 3 ਤਰ੍ਹਾਂ ਦੀ ਲੈਂਗੁਏਜਿਸ ਹੈ ਡਾਟਾਬੇਸ ਲੈਂਗੁਏਜ ਦੇ ਵਿੱਚ, ਇੱਕ DDL, DML ਅਤੇ DCL। DDL ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਆਪਣਾ ਡਾਟਾਬੇਸ ਆਪਾਂ ਕ੍ਰੀਏਟ ਕਰ ਸਕਦੇ ਹੈਗੇ ਆ। ਕੋਈ ਵੀ ਸਕੀਮਾ ਮਤਲਬ ਕੋਈ ਵੀ ਟੇਬਲ, ਕੋਈ ਵੀ ਕੁਐਰੀ ਹੈ ਨਾ ਉਹ ਕ੍ਰੀਏਟ ਕਰ ਸਕਦੇ ਹਾਂ, ਟੇਬਲ ਕ੍ਰੀਏਟ ਕਰ ਸਕਦੇ ਹੈਗੇ ਆ। ਟੇਬਲ ਨੂੰ ਚੇਂਜ ਕਰਨ ਵਾਸਤੇ ਆਲਟਰ ਯੂਜ਼ ਹੁੰਦਾ, ਡਿਲੀਟ ਕਰਨ ਵਾਸਤੇ ਟੇਬਲ ਨੂੰ ਡਰੋਪ, ਔਰ ਉਹਦਾ ਨਾਮ ਚੇਂਜ ਕਰਨ ਵਾਸਤੇ ਰੀਨੇਮ। ਅੱਗੇ ਆ ਜਾਂਦਾ DML ਯਾਨੀ ਜਿਹੜਾ ਡਾਟਾ ਹੈਗਾ ਉਹਦੇ ਵਿੱਚ ਜਿਹੜੀ ਚੇਂਜਿਸ ਹੋਣੀਆਂ ਹੈਗੀਆਂ ਨੇ। ਸਭ ਤੋਂ ਪਹਿਲਾਂ ਹੈਗਾ ਸਿਲੈਕਟ, ਜਿਹੜਾ ਆਪਣਾ ਡੇਟਾ ਬਣਿਆ ਹੋਇਆ ਜਿਹਦੇ ਵਿੱਚ ਡਾਟਾ ਇਨਪੁੱਟ ਹੋਇਆ ਉਹਦੇ ਵਿੱਚ ਆਪਾਂ ਉਹਨੂੰ ਸਿਲੈਕਟ ਕਰਕੇ ਉਹ ਸਾਰਾ ਡਾਟਾ ਵਿਊ ਕਰ ਸਕਦੇ ਹਾਂ। ਯਾਨੀ ਸਿਲੈਕਟ ਹੁੰਦਾ ਵਿਊ ਕਰਨ ਵਾਸਤੇ, ਰਿਟਰੀਵ ਡਾਟਾ ਕਰਨ ਵਾਸਤੇ। ਇੰਸਰਟ ਹੁੰਦਾ ਨਵੀਂ ਰੋ ਐਡ ਕਰਨ ਵਾਸਤੇ, ਡਿਲੀਟ ਹੁੰਦਾ ਰੋ ਨੂੰ ਡਿਲੀਟ ਕਰਨ ਵਾਸਤੇ, ਅਤੇ ਅਪਡੇਟ ਹੁੰਦਾ ਉਹਦੇ ਵਿੱਚ ਚੇਂਜਿਸ ਕਰਨ ਵਾਸਤੇ। ਅਤੇ ਇਹ ਸਾਰੀਆਂ ਆਉਂਦੀਆਂ ਨੇ ਡਾਟਾ ਮੈਨੀਪੂਲੇਸ਼ਨ ਲੈਂਗੁਏਜ ਦੇ ਵਿੱਚ। DCL ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਕਿਹੜਾ ਯੂਜ਼ਰ
ਕਿਹੜਾ ਡਾਟਾ ਵਿਊ ਕਰ ਸਕਦਾ ਹੈ। ਤਾਂ ਉਹਦੇ ਵਾਸਤੇ ਉਸ ਯੂਜ਼ਰ ਨੂੰ ਗ੍ਰਾਂਟ ਦਿੱਤੀ ਜਾਂਦੀ ਹੈਗੀ ਹੈ, ਪਰਮਿਸ਼ਨ ਗ੍ਰਾਂਟ ਕੀਤੀ ਜਾਂਦੀ ਵੀ ਤੁਸੀਂ ਵਿਊ ਕਰ ਸਕਦੇ ਹੋ। ਜਿਹੜਾ ਸਟੂਡੈਂਟ ਛੱਡ ਗਿਆ ਉਹਦੇ ਤੋਂ ਫਿਰ ਜਿਹੜੀ ਗ੍ਰਾਂਟ ਦਿੱਤੀ ਹੋਈ ਆ ਉਹ ਤੋਂ ਵਾਪਿਸ ਰਿਵੋਕ ਕਰ ਸਕਦੇ ਹੈਗੇ ਆ। ਅਤੇ ਇੱਕ ਹੁੰਦਾ ਹੈਗਾ ਕਮੈਂਟ, ਕੋਈ ਆਪਾਂ ਕਮੈਂਟ ਉਹਦੇ 'ਚ ਐਡ ਕਰ ਸਕਦੇ ਹਾਂ। ਅਤੇ ਹੋ ਗਏ ਗ੍ਰਾਂਟ, ਰਿਵੋਕ ਅਤੇ ਕਮੈਂਟ। ਉਸ ਤੋਂ ਬਾਅਦ ਆ ਗਿਆ ਇੰਪਲੀਕੇਸ਼ਨ ਆਫ ਡਾਟਾਬੇਸ ਅਪਰੋਚ। ਉਹਦੇ ਵਿੱਚ 4 ਨੇ। ਅਪ ਟੂ ਡੇਟ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਸਾਰੀ DBMS ਦੀ ਰਿਸਪੋਂਸੀਬਿਲਿਟੀ ਹੈ ਵੀ ਸਾਰੀ ਯੂਜ਼ਰਸ ਨੂੰ ਅਪ ਟੂ ਡੇਟ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ। ਫਲੈਕਸੀਬਲ ਹੋਵੇ, ਅਗਰ ਡਾਟਾ ਚੇਂਜ ਹੋਵੇ ਤਾਂ ਉਹਦਾ ਸਟਰਕਚਰ ਚੇਂਜ ਹੋਵੇ ਤਾਂ ਡਾਟਾ 'ਤੇ ਕੋਈ ਇਫੈਕਟ ਨਾ ਪਵੇ, ਇਸ ਤਰ੍ਹਾਂ ਦਾ ਫਲੈਕਸੀਬਲ ਹੋਵੇ। ਡਿਵਲਪਮੈਂਟ ਟਾਈਮ ਜਿਹੜਾ ਹੈਗਾ ਉਹ ਅਗਰ ਨਵੀਂ ਐਪਲੀਕੇਸ਼ਨ ਬਣੀ ਹੈ ਤਾਂ ਉਹਦੇ ਵਿੱਚ ਡਾਟਾਬੇਸ ਨੂੰ ਕੋਈ ਫ਼ਰਕ ਨਾ ਪਵੇ, ਈਜ਼ਲੀ ਰਿਟਰੀਵ ਹੋ ਚੁੱਕੇ। ਅਤੇ ਕੋਸਟ ਆਫ ਡਿਵੈਲਪਮੈਂਟ ਜਿਹੜਾ ਹੈਗਾ ਉਹ ਰਿਡਿਊਸ ਰਵੇ ਤਾਂ ਔਰ ਆਪਣਾ ਡਾਟਾਬੇਸ ਫਿਰ ਵੀ ਪ੍ਰੋਪਰਲੀ ਵਰਕ ਹੋਵੇ। ਸੋ these were the topics. Next topic we will do tomorrow, and if you have any problems do ask me. Okay, thank you.